Voice of America, half of you should know me right, other half a replica. ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਅੱਜ ਆਪਾਂ ਕਣਕ ਦੀ ਇੱਕ ਇਹੋ ਜਿਹੀ ਫੰਗਲ ਡਿਜ਼ੀਜ਼ ਦੀ ਗੱਲ ਕਰਾਂਗੇ ਜਿਸ ਨੂੰ ਆਪਾਂ ਕਦੇ ਵੀ ਗੌਰ 'ਚ ਨਹੀਂ ਲੈਂਦੇਗੇ। ਸਿਰਫ ਨਾਰਮਲ ਉਹਨੂੰ ਨਾਰਮਲ ਕੰਡੀਸ਼ਨ ਦੇਖ ਕੇ ਜਾਂ ਨਾਰਮਲ ਸਮਝ ਲੈਂਦੇ ਹਾਂ ਕਿ ਇਹ ਤਾਂ ਕਣਕ ਦੇ ਲੱਛਣ ਹੀ ਹੈ, ਲੇਕਿਨ ਉਹ ਹੁੰਦੀ ਇੱਕ ਕਣਕ ਦੀ ਫੰਗਸ ਹੈ ਔਰ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ, ਲੇਕਿਨ ਆਪਾਂ ਉਹਨੂੰ ਨਾਰਮਲ ਸਮਝ ਕੇ ਆਪਾਂ ਉਹਨੂੰ ਛੱਡ ਦਿੰਦੇ ਹਾਂ। ਚਲੋ ਤੁਹਾਨੂੰ ਦਿਖਾਉਣਾ ਉਸ ਬਾਰੇ ਵੀ ਉਹ ਕੀ ਪ੍ਰੋਬਲਮ ਹੈ ਤੇ ਉਸ ਦਾ ਕੀ ਨੁਕਸਾਨ ਹੈ, ਉਹਦੇ ਸਾਰਾ ਨੁਕਸਾਨ, ਉਸ ਦੀ ਰੋਕਥਾਮ ਕਿਵੇਂ ਪੈਦਾ ਹੁੰਦੀ ਹੈ, ਉਹਦੇ ਬਾਰੇ ਅੱਜ ਆਪਾਂ ਪੂਰੇ ਵਿਸਥਾਰ ਨਾਲ ਗੱਲ ਕਰਾਂਗੇ। ਵੀਰੋ, ਆਪਾਂ ਜਿਹੜੀ ਅੱਜ ਬਿਮਾਰੀ ਦੀ ਗੱਲ ਕਰ ਰਹੇ ਸੀਗੇ, ਕਣਕ ਦੇ ਅੰਦਰ ਜਿਹੜੀ ਬਿਮਾਰੀ ਹੈ ਜਿਹਨੂੰ ਆਪਾਂ ਮਤਲਬ ਕਦੇ ਮੰਨਦੇ ਹੀ ਨਹੀਂ ਕਿ ਇਹ ਬਿਮਾਰੀ ਹੈ, ਜਾਂ ਆਪਾਂ ਕਦੇ ਧਿਆਨ ਨਹੀਂ ਦਿੰਦੇ ਕਿ ਇਸ ਦਾ ਨੁਕਸਾਨ ਹੈ ਜਾਂ ਨਹੀਂ, ਲੇਕਿਨ ਐਕਚੁਅਲ 'ਚ ਉਹ ਕਣਕ ਨੂੰ ਬਹੁਤ ਨੁਕਸਾਨਦਾਇਕ ਹੈ। ਔਰ ਇੱਕ ਇਹੋ ਜਿਹੀ ਬਿਮਾਰੀ ਹੈ ਜੋ ਆਪਣੇ ਅੱਖਾਂ ਦੇ ਸਾਹਮਣੇ ਹੁੰਦੇ ਹੋਏ ਵੀ ਆਪਾਂ ਜ਼ਿਆਦਾਤਰ ਜੋ ਕਿਸਾਨ ਹੈ, ਮਤਲਬ ਜ਼ਿਆਦਾਤਰ ਕਿਸਾਨ ਕੀ ਕਰਦੇ ਆ, ਉਹਨੂੰ ਨਾਰਮਲ ਸਮਝ ਲੈਂਦੇ ਆ। ਤਾਂ ਤੁਹਾਨੂੰ ਮੈਂ ਦਿਖਾਊਂਗਾ ਅੱਜ ਆਪਾਂ ਉਸ ਬਿਮਾਰੀ ਬਾਰੇ ਗੱਲ ਕਰਾਂਗੇ। ਉਹ ਬਿਮਾਰੀ ਦਾ ਕੀ ਨੁਕਸਾਨ ਹੁੰਦਾ ਹੈ ਆਪਣੇ ਖੇਤ 'ਚ, ਆਪਣੀ ਜੇਬ ਨੂੰ ਕੀ ਨੁਕਸਾਨ ਹੈ, ਅਗਰ ਖੇਤ 'ਚ ਨੁਕਸਾਨ ਹੈ ਤਾਂ ਆਪਣੀ ਜੇਬ 'ਚ ਕੀ ਨੁਕਸਾਨ ਹੈ, ਤੇ ਉਹਨੂੰ ਰੋਕਣ ਲਈ ਆਪਾਂ ਕੀ ਕਰ ਸਕਦੇ ਹਾਂ, ਉਹ ਸਾਰਾ ਤੁਹਾਨੂੰ ਮੈਂ ਪੂਰਾ ਦਾ ਪੂਰਾ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ। ਇਸ ਬਿਮਾਰੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਜਿਵੇਂ ਇੰਡੀਆ ਦੇ ਬਹੁਤ ਜਿਹੜੇ ਗਰਮ ਸਟੇਟ ਹੈ ਜਿਨ੍ਹਾਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਮਤਲਬ ਔਰ ਅਪ ਰਹਿੰਦਾ ਹੈ, ਉੱਥੇ ਉਹਦੀ ਇੰਨਾ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਜਿੰਨਾ ਸਟੇਟਾਂ ਦੇ ਅੰਦਰ ਟੈਂਪਰੇਚਰ ਦੇ ਅੰਦਰ ਨਮੀ ਰਹਿੰਦੀ ਹੈ ਜਾਂ ਠੰਡੇ ਬੈਲਟ ਕਹਿ ਲਓ, ਉੱਥੇ ਉਹਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਜਿਵੇਂ ਪੰਜਾਬ, ਹਰਿਆਣਾ, ਜਿੱਥੇ ਹਵਾ 'ਚ ਨਮੀ ਰਹਿੰਦੀ ਹੈ, ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਹੋ ਗਿਆ, ਯੂਪੀ ਹੋ ਗਿਆ, ਪੱਛਮੀ ਯੂਪੀ, ਇੱਥੇ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਣਕ ਦੇ ਅੰਦਰ, ਜਿੱਥੇ ਹਵਾ 'ਚ ਨਮੀ ਥੋੜੀ ਜਿਹੀ ਜ਼ਿਆਦਾ ਰਹਿੰਦੀ ਹੈ। ਤਾਂ ਆਪਾਂ ਗੱਲ ਕਰ ਰਹੇ ਹਾਂ ਅੱਜ ਕਣਕ ਦੀ ਕਰਨਾਲ ਬੰਟ ਬਾਰੇ। ਕਰਨਾਲ ਬੰਟ ਕਣਕ ਨੂੰ ਕਿੰਨਾ ਕੁ ਨੁਕਸਾਨ ਕਰਦੀ ਹੈ ਔਰ ਕੀ ਹੈ ਉਹ, ਤਾਂ ਮੈਂ ਤੁਹਾਨੂੰ ਦਿਖਾਉਣਾ ਹੈ ਕਰਨਾਲ ਬੰਟ ਦੇ ਲੱਛਣ ਔਰ ਕਰਨਾਲ ਬੰਟ ਕੀ ਚੀਜ਼ ਹੈ। ਆਪਾਂ ਨੂੰ ਪਤਾ ਕਿੱਥੋਂ ਲੱਗੇਗਾ ਕਿ ਇਹ ਕਰਨਾਲ ਬੰਟ ਹੈ। ਜਿਵੇਂ ਆਪਾਂ ਇੱਕ ਫੀਲਡ 'ਚ ਖੜੇ ਹਾਂ, ਇਸ ਤੋਂ ਤੁਹਾਨੂੰ ਜਿਵੇਂ ਕਿ ਆਪਾਂ ਕਣਕ ਦੀ ਆਹ ਬੱਲੀ ਕੱਢ ਲਈ, ਆਹ ਬੱਲੀ ਕਣਕ ਦੀ ਆਪਾਂ ਕੱਢ ਲਈ, ਇਸ ਕਰਨਾਲ ਬੰਟ ਹੈ। ਛੋਟਾ ਆਹ ਬੱਲੀ ਕੱਢ ਲਈ ਆਪਾਂ, ਇਹਨੂੰ ਕਰਨਾਲ ਬੰਟ ਕਿਹਾ ਜਾਂਦਾ ਹੈ ਜੀ। ਜਿਸ ਨੂੰ ਕੀ ਹੈ, ਆਪਾਂ ਲੋਕ ਆਪਾਂ ਕੀ ਕਰਦੇ ਹਾਂ, ਆਪਾਂ ਖੇਤ ਗਏ, ਆਪਾਂ ਸੁਭਾਵਿਕ ਜੀ ਗੱਲ, ਆਪਾਂ ਕਣਕ 'ਚ ਗੇੜਾ ਮਾਰਿਆ ਤਾਂ ਆਪਾਂ ਨੂੰ ਇਹ ਪੱਤੇ ਅਗਰ ਕਿਤੇ ਵਾਲ ਖਾਦੇ ਵੇ ਦਿਖ ਗਏ ਤਾਂ ਆਪਾਂ ਇਹਨੂੰ ਨਾਰਮਲ ਮੰਨ ਲੈਂਦੇ ਹਾਂ ਕਿ ਯਾਰ ਵੈਸੇ ਹੀ ਇਹ ਤਾਂ ਵੈਰਾਈਟੀ ਵਾਈਜ਼ ਜਾਂ ਕੁਛ ਵੈਸੇ ਹੀ ਕਣਕ ਦਾ ਮੌਸਮ ਦੀ ਵਜ੍ਹਾ ਨਾਲ ਹੈ ਜਾਂ ਨਾਰਮਲ ਗੱਲ ਹੈ। ਲੇਕਿਨ ਐਕਚੁਅਲ 'ਚ ਕੀ ਹੁੰਦਾ, ਇਹ ਕਣਕ ਦੀ ਇੱਕ ਬਿਮਾਰੀ ਹੈ ਜਿਸ ਨੂੰ ਕਰਨਾਲ ਬੰਟ ਕਿਹਾ ਜਾਂਦਾ ਹੈ। ਔਰ ਜ਼ਮੀਨ ਦੀ ਮਿੱਟੀ ਤੋਂ ਸ਼ੁਰੂਆਤ ਹੁੰਦੀ ਹੈ ਇਹਦੀ। ਜਿਵੇਂ ਜੋ ਵਿਗਿਆਨਿਕਾਂ ਨੇ ਇਹਦੀ ਮਤਲਬ ਇਹਦੀ ਰਿਸਰਚ ਜਿੱਥੋਂ ਤੱਕ ਪਹੁੰਚੇ ਹੈ, ਉਸ ਤੱਕ ਕਵਕ ਤੋਂ ਟਿਲੋਸ਼ੀਆ ਇੰਡੀਕਾ ਨਾਮਕ ਜੋ ਮਿੱਟੀ ਦਾ ਕਵਕ ਹੈ ਉਸ ਤੋਂ ਤਿਆਰ ਹੁੰਦੀ ਹੈ ਕਰਨਾਲ ਬੰਟ। ਔਰ ਅਗਰ ਕਰਨਾਲ ਬੰਟ ਦੀ ਗੱਲ ਕੀਤੀ ਜਾਵੇ, ਕਰਨਾਲ ਬੰਟ ਐਕਚੁਅਲ 'ਚ ਕੀ ਹੈ, ਇਹ ਇੱਕ ਸਭ ਤੋਂ ਪਹਿਲਾਂ ਤਾਂ ਇਹ ਕਹਿ ਸਕਦੇ ਹਾਂ ਹਜੇ ਤੱਕ ਜੋ ਵਿਗਿਆਨਿਕਾਂ ਦੀ ਜੋ R&Dਆਂ ਨੇ ਜਿੱਥੋਂ ਤੱਕ ਰਿਸਰਚ ਕੀਤੀ ਹੈ, ਪੰਤ ਯੂਨੀਵਰਸਿਟੀ ਨੇ, ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਰਿਸਰਚ ਕੀਤੀ ਹੈ, ਉਹ ਹਲੇ ਤੱਕ ਰਿਸਰਚ ਹੋਈ ਹੈ ਕਿ ਇਹ ਜ਼ਮੀਨੀ ਕਵਕ ਦੀ ਵਜ੍ਹਾ ਨਾਲ ਹੀ ਇਹ ਉਤਪੰਨ ਹੁੰਦੀ ਹੈ। ਜੋ ਕਵਕ ਟਿਲੋਸ਼ੀਆ ਇੰਡੀਕਾ ਕਵਕ ਜਿਹਦੀ ਵਜ੍ਹਾ ਨਾਲ ਜ਼ਮੀਨ ਦੇ ਅੰਦਰ, ਮਿੱਟੀ ਦੇ ਅੰਦਰ ਉਤਪੰਨ ਹੁੰਦੀ ਹੈ, ਅਗਰ ਗੱਲ ਕੀਤੀ ਜਾਵੇ ਤਾਂ 3 ਤੋਂ ਲੈ ਕੇ 5 ਸਾਲ ਤੱਕ ਇੱਕ ਮਿੱਟੀ ਦੇ ਅੰਦਰ ਮਤਲਬ ਪੂਰਨਤਿਆ ਰਹਿ ਸਕਦਾ ਹੈ। ਔਰ 3 ਤੋਂ ਲੈ ਕੇ 5 ਸਾਲ ਤੱਕ ਤੁਸੀਂ ਐਂ ਕਹਿ ਲਓ ਵੀ ਕਰਨਾਲ ਬੰਟ ਤੁਹਾਡੇ ਖੇਤ 'ਚੋਂ ਖਤਮ ਨਹੀਂ ਹੋਏਗਾ, ਉਹ ਉਸੇ ਕਵਕ ਤੋਂ ਹੀ ਕਰਨਾਲ ਬੰਟ ਬਣਨਾ ਹੈ। ਔਰ ਅਗਰ ਕਰਨਾਲ ਬੰਟ ਦੀ ਮਤਲਬ ਆਪਾਂ ਅਗਰ ਬਾਹਰੀ ਲੈਵਲ ਤੇ ਅਦਰ ਕੰਟਰੀਆਂ ਦੀ ਗੱਲ ਕਰੀਏ, ਪੂਰੇ ਵਰਲਡ ਦੇ ਅੰਦਰ ਇਹ ਕਰਨਾਲ ਬੰਟ ਨਾਮਕ ਬਿਮਾਰੀ ਪਾਈ ਜਾਂਦੀ ਹੈ, ਨਾ ਕਿ ਓਨਲੀ ਫॉर ਇੰਡੀਆ। ਸਿਰਫ ਇੰਡੀਆ 'ਚ ਨਹੀਂ ਹੈ, ਕਾਫੀ ਦੇਸ਼ਾਂ 'ਚ ਹੈ ਜਿੱਥੇ ਕਰਨਾਲ ਬੰਟ ਪਾਇਆ ਜਾਂਦਾ ਹੈ। ਔਰ ਕਾਫੀ ਕੰਟਰੀਆਂ ਤਾਂ ਇਹੋ ਜਿਹੀ ਇਹਦੇ ਨੁਕਸਾਨ ਦੀ, ਅਗਰ ਨੁਕਸਾਨ ਦੀ ਗੱਲ ਆਵੇ, ਨੁਕਸਾਨ ਕਰਨਾਲ ਬੰਟ ਦਾ ਨਾਰਮਲ ਜੀ ਗੱਲ ਹੈ ਜੀ। ਜਿਵੇਂ ਹੁਣ ਤੁਸੀਂ ਧਿਆਨ ਵੈਸੇ ਹਰ ਇੱਕ ਜ਼ਿਮੀਂਦਾਰ ਦਿੰਦਾ ਹੈ ਇਸ ਚੀਜ਼ ਤੇ, ਲੇਕਿਨ ਆਪਾਂ ਉਹਨੂੰ ਇਹ ਨਹੀਂ ਸਮਝਦੇ ਕਿ ਇਹ ਬਿਮਾਰੀ ਹੈ।
ਜਿਵੇਂ ਕਰਨਾਲ ਵੰਟ ਹੈ ਤੁਹਾਡੇ ਇਸ ਪੱਤੇ ਤੇ ਮੇਨ ਪੱਤੇ ਤੇ ਆ ਗਿਆ, ਜਦੋਂ ਇਹ ਬੱਲੀ ਨਿਕਲੂਗੀ ਤਾਂ ਇਹ ਬੱਲੀ ਦੇ ਕੀ ਹੈ, ਬੱਲੀ ਦੇ ਆਸੇ-ਪਾਸੇ ਘੁੰਮ ਜੂਗਾ ਔਰ ਉਹ ਬੱਲੀ ਨੂੰ ਐਂ ਕਰਕੇ ਮਰੋੜ ਲੂਗਾ ਆਪਣੇ ਵਿੱਚ ਹੀ। ਤਾਂ ਉਹਦੇ ਅੰਦਰ ਆਪਾਂ ਮਤਲਬ ਉੱਥੋਂ ਤੱਕ ਕਦੇ ਜਾਂਦੇ ਨਹੀਂ ਜਾਂ ਧਿਆਨ ਨਹੀਂ ਦਿੰਦੇ, ਉਹਦੇ ਅੰਦਰ ਕਰਨਾਲ ਵੰਟ ਕਾਫੀ ਹੱਦ ਤੱਕ ਨੁਕਸਾਨ ਕਰਦਾ ਹੈ ਉਹ ਬੱਲੀ ਦੇ ਅੰਦਰ। ਕਈ ਵਾਰੀ ਤਾਂ ਇਹੋ ਜਿਹੀ ਕੰਡੀਸ਼ਨ ਹੋ ਜਾਂਦੀ ਹੈ ਕਿ ਉਹ ਬਾਹਰੋਂ ਦਾਣਾ ਤਾਂ ਮੈਚੁਰ ਹੁੰਦਾ ਹੈ, ਲੇਕਿਨ ਉਹਦੇ ਵਿੱਚ ਕਰਨਾਲ ਵੰਟ ਦੀ ਵਜ੍ਹਾ ਨਾਲ ਕਵਰ ਦੇ ਅੰਦਰ ਭੂਰੇ ਰੰਗ ਦਾ ਜਾਂ ਬਲੈਕ ਰੰਗ ਦਾ ਪਾਊਡਰ ਉਹਦੇ ਅੰਦਰ ਹਲਕਾ ਜਿਹਾ ਬਲੈਕ ਕਹਿ ਲਓ ਕਣਕ ਦੇ ਅੰਦਰ ਪਾਊਡਰ ਬਣ ਜਾਂਦਾ ਹੈ। ਤਾਂ ਉਹ ਆਪਣੇ ਖਾਣ ਲਾਇਕ ਕਣਕ ਕਦੇ ਵੀ ਨਹੀਂ ਰਹਿੰਦੀ ਗੀ। ਜਿਸ ਦੇ ਅੰਦਰ ਕਰਨਾਲ ਵੰਟ ਦਾ ਫੁੱਲ ਐਂਡ ਫਾਈਨਲ ਅਟੈਕ ਹੋਵੇ 20 ਤੋਂ 30% ਜਾਂ ਉਸ ਤੋਂ ਜ਼ਿਆਦਾ ਕਹਿ ਲਓ, ਅਗਰ ਅਟੈਕ ਇੰਨਾ ਹੋ ਜਾਂਦਾ ਤਾਂ ਉਹ ਕਣਕ ਆਪਣੇ ਖਾਣ ਲਾਇਕ ਬਿਲਕੁਲ ਵੀ ਨਹੀਂ ਰਹਿੰਦੀ। ਔਰ ਬਹੁਤ ਜੀਆਂ ਤਾਂ ਕੰਟਰੀਆਂ ਇਹੋ ਜਿਹੀਆਂ ਹੈ ਜਿਹੜੀਆਂ ਕੰਟਰੀਆਂ ਕਣਕ ਦੀ ਖਰੀਦ ਦੇ ਟਾਈਮ ਖਾਸ ਤੌਰ ਤੇ ਧਿਆਨ ਰੱਖਦੀਆਂ ਕਿ ਇਸ ਦੇ ਅੰਦਰ ਕਰਨਾਲ ਵੰਟ, ਇਸ ਵੈਰਾਈਟੀ ਦੇ ਅੰਦਰ ਕਿਤੇ ਬਹੁਤ ਜ਼ਿਆਦਾ ਕਰਨਾਲ ਵੰਟ ਤਾਂ ਨਹੀਂ ਰਿਹਾ ਵਾ, ਕਿਉਂਕਿ ਕਰਨਾਲ ਵੰਟ ਦੀ ਵਜ੍ਹਾ ਨਾਲ ਉਹ ਸਿਰਫ ਬਾਹਰੋਂ ਇੱਕ ਕਵਰ ਹੁੰਦਾ ਹੈ ਕਣਕ ਦਾ, ਉਹ ਅੰਦਰੋਂ ਥੋਥੀ ਹੁੰਦੀ ਹੈ, ਉਹਦੇ ਅੰਦਰ ਤਾਂ ਆਟਾ ਪਹਿਲਾਂ ਹੀ ਬਣ ਚੁੱਕਿਆ ਹੁੰਦਾ ਹੈ। ਕਰਨਾਲ ਵੰਟ ਜਿਸ ਖੇਤ ਦੇ ਅੰਦਰ ਹੈ ਜਾਂ ਜਿਸ ਵੈਰਾਈਟੀ ਦੇ ਅੰਦਰ ਹੈ, ਇੱਕ ਤਾਂ ਜ਼ਿਮੀਂਦਾਰ ਭਰਾਵਾਂ ਨੂੰ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਸ ਵੈਰਾਈਟੀ ਦੇ ਅੰਦਰ ਤੁਹਾਡੇ ਕਰਨਾਲ ਵੰਟ ਬਹੁਤ ਜ਼ਿਆਦਾ ਜਾਂ 10 ਤੋਂ 15% ਤੁਹਾਡੇ ਉਸ ਖੇਤ ਦੇ ਅੰਦਰ ਕਰਨਾਲ ਵੈਰਾਈਟੀ ਦੇ ਅੰਦਰ ਕਰਨਾਲ ਵੰਟ ਹੈ, ਤਾਂ ਉਸ ਬੀਜ ਨੂੰ ਦੁਬਾਰਾ ਕਿਸਾਨ ਵੀਰ ਨਾ ਬੀਜਣ, ਕਿਉਂਕਿ ਹਜੇ ਤੱਕ ਜੋ ਵਿਗਿਆਨਿਕਾਂ ਨੇ ਮਤਲਬ ਜਿੰਨੇ ਵੀ ਸ਼ੋਧ ਕੀਤੇ ਆ ਉਹ 'ਚ ਪਾਇਆ ਗਿਆ ਹੈ ਕਿ ਇੱਕ ਤਾਂ ਇਹ ਟੈਲੀਸੀਆ ਇੰਡੀਕਾ ਨਾਮਕ ਕਵਕ ਦੀ ਵਜ੍ਹਾ ਨਾਲ ਜ਼ਮੀਨ 'ਚੋਂ ਤਿਆਰ ਹੁੰਦਾ ਹੈ, ਜ਼ਮੀਨ ਦੇ ਅੰਦਰ ਹੈ। ਦੂਜਾ ਇਹ ਕਿ ਉਹ ਕਰਨਾਲ ਵੰਟ ਹੈ ਬੀਜ, ਮਿੱਟੀ ਤੇ ਹਵਾ, ਮਤਲਬ ਤਿੰਨੋਂ ਦਾ ਮਿਲੀ ਜੁਲੀ ਦੇਣ ਦੀ ਵਜ੍ਹਾ ਨਾਲ ਇਹ ਬਿਮਾਰੀ ਹੈ। ਔਰ ਤੁਸੀਂ ਉਹੀ ਵੈਰਾਈਟੀਆਂ ਆਪਣੇ ਖੇਤ 'ਚ ਬੀਜਣੀਆਂ ਜੋ ਕਰਨਾਲ ਵੰਟ ਤੋਂ, ਜਿਨ੍ਹਾਂ ਦੇ ਅੰਦਰ ਕਰਨਾਲ ਵੰਟ ਦਾ ਅਟੈਕ ਨਹੀਂ ਰਿਹਾ ਵਾ, ਜਾਂ ਜੋ ਵੈਰਾਈਟੀਆਂ ਇਹਦੇ ਪ੍ਰਤੀ ਸਹਿਣਸ਼ੀਲ ਹੈ। ਜਿਵੇਂ ਹੁਣ ਆਪਾਂ ਜਿਹੜੇ ਖੇਤ 'ਚ ਖੜੇ ਆ, ਇਹ 'ਚ ਕਰਨਾਲ ਵੰਟ ਦਾ ਲਗਭਗ ਕਾਫੀ ਅਟੈਕ ਹੈ। ਤਾਂ ਜਿਵੇਂ ਹੁਣ ਆ ਤੁਹਾਡੇ ਸਾਹਮਣੇ ਦਿਖ ਰਿਹਾ, ਇਹਦੇ ਅੰਦਰ ਪੂਰਾ ਕਰਨਾਲ ਵੰਟ ਦਾ ਅਟੈਕ ਤੁਸੀਂ ਕਹਿ ਸਕਦੇ ਹੋ। ਤਾਂ ਜ਼ਿਆਦਾ ਨਹੀਂ ਤਾਂ 5 ਤੋਂ 10% ਕਰਨਾਲ ਵੰਟ ਦਾ ਅਟੈਕ ਕਹਿ ਸਕਦੇ ਹੋ ਤੁਸੀਂ। ਔਰ ਜੋ ਵਿਗਿਆਨਿਕਾਂ ਨੇ ਹਜੇ ਤੱਕ ਜਿੰਨੀ ਕਈ ਦੀ ਰਿਸਰਚ ਜਾਂ ਜੋ ਵੀ ਹਜੇ ਤੱਕ ਵਿਗਿਆਨਿਕ ਇੱਥੋਂ ਤੱਕ ਪਹੁੰਚੇ ਹੈ, ਉਹਨਾਂ ਦੇ ਦੱਸਣ ਮੁਤਾਬਿਕ ਅਗਰ ਤੁਸੀਂ ਕਰਨਾਲ ਵੰਟ ਤੋਂ ਆਪਦੇ ਖੇਤ 'ਚੋਂ ਨੁਕਸਾਨ ਹੋਣ ਤੋਂ ਬਚਣਾ ਹੈ, ਆਪਦੀ ਜੋ ਬੀਜੀ ਹੋਈ ਕਣਕ ਦੇ ਨੁਕਸਾਨ ਤੋਂ ਤੁਸੀਂ ਬਚਣਾ ਹੈ, ਉਹਦੀ ਉਪਜ ਅੱਛੀ ਲੈਣੀ ਹੈ, ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ ਜਦੋਂ ਕਣਕ ਦੀ ਬਿਜਾਈ ਕਰਦੇ ਹੋ ਜਾਂ ਜਦੋਂ ਤੁਸੀਂ ਵਾਹਣ ਸੰਵਾਰਦੇ ਹੋ, ਉਸ ਟਾਈਮ ਵਾਹਣ ਨੂੰ ਕਾਫੀ ਟਾਈਮ ਡੂੰਘਾ ਵਾਹ ਕੇ ਪਲਾਓ ਕਰਕੇ ਜਾਂ ਜਿਵੇਂ ਵੀ ਡੂੰਘਾ ਵਾਹ ਕੇ ਛੱਡੋ, ਕਾਫੀ ਟਾਈਮ ਪਿਆ ਰਵੇ ਤਾਂ ਕਿ ਮਿੱਟੀ ਨੂੰ ਧੁੱਪ ਲੱਗੇ ਔਰ ਮਿੱਟੀ ਨੂੰ ਹਵਾ ਲੱਗੇ, ਤਾਂ ਕਿ ਜ਼ਮੀਨੀ ਮਤਲਬ ਬਿਮਾਰੀਆਂ ਹੈ ਉਹ ਖਤਮ ਹੋਣ। ਫਿਰ ਸਭ ਤੋਂ ਜ਼ਰੂਰੀ ਮਤਲਬ ਜਿੱਥੇ ਕਰਨਾਲ ਵੰਟ ਦਾ ਅਟੈਕ ਹੈ ਜਿਹੜੇ ਖੇਤ ਦੇ ਅੰਦਰ, ਉਸ ਦੇ ਅੰਦਰ ਤੁਸੀਂ ਕਾਫੀ ਟਾਈਮ ਕਹਿੰਦਾ ਮਤਲਬ ਜ਼ਿਆਦਾ ਨਹੀਂ ਤਾਂ 2 ਤੋਂ 3 ਸਾਲ, 3 ਤੋਂ 4 ਸਾਲ ਤੁਸੀਂ ਉਸ ਖੇਤ ਦੇ ਅੰਦਰ 5 ਸਾਲ ਤੱਕ ਫਸਲ ਚੱਕਰ ਅਪਣਾਓ ਹੀ ਅਪਣਾਓ ਅਗਰ ਕਰਨਾਲ ਵੰਟ ਨੂੰ ਤੁਸੀਂ ਖਤਮ ਕਰਨਾ ਹੈ। ਹਾਂ, ਅਗਰ ਗੱਲ ਆਉਂਦੀ ਹੈ ਤੇ ਪੈਸਟੀਸਾਈਡ ਦੀ, ਮਤਲਬ ਫੰਗੀਸਾਈਡ ਦੀ, ਤਾਂ ਹਾਲੇ ਤੱਕ ਮਤਲਬ ਇਹ ਹੈ ਕਿ ਆਪਦੀ ਮਨ ਨੂੰ ਆਪਾਂ ਫੰਗੀਸਾਈਡ ਕਿਸੇ ਵੀ ਤਰੀਕੇ ਦਾ ਕਰਨਾਲ ਵੰਟ ਤੇ ਕਰ ਲਿਆ, ਆਪਣੇ ਮਨ ਨੂੰ ਤਸੱਲੀ ਹੋ ਜਾਂਦੀ ਹੈ ਕਿ ਆਪਾਂ ਫੰਗੀਸਾਈਡ ਕਰਤਾ, ਲੇਕਿਨ ਉਹ ਕੀ ਹੈ ਹਜੇ ਤੱਕ ਇੰਨਾ ਕਾਰਗਰ ਨਹੀਂ ਹੈ। ਤੇ ਜੋ ਵੀ ਫੰਗੀਸਾਈਡ ਆ ਉਹ ਕਰਨਾਲ ਵੰਟ ਤੇ ਹਲੇ ਤੱਕ ਬਹੁਤ ਜ਼ਿਆਦਾ ਕਾਰਗਰ ਨਹੀਂ ਗੇ, ਕੁਛ 1% ਹੀ ਰਿਜ਼ਲਟ ਆਉਂਦਾ ਹੈ ਉਹਨਾਂ ਦਾ। ਜੋ ਸਭ ਤੋਂ ਵਧੀਆ ਤਰੀਕਾ ਹੈ ਕਰਨਾਲ ਵੰਟ ਨੂੰ ਆਪਦੇ ਖੇਤ ਚੋਂ ਦੂਰ ਲੈ ਕੇ ਜਾਣ ਦਾ, ਉਹ ਤੁਹਾਡਾ ਫਸਲ ਚੱਕਰ ਹੈ। ਔਰ ਇਸ ਤੇ ਜਿਵੇਂ ਤੁਸੀਂ ਅਗਰ ਫੰਗੀਸਾਈਡ ਕਰਨਾ ਚਾਹੋ ਤਾਂ ਜਿਵੇਂ ਆਪਾਂ ਯੈਲੋ ਰਸਟ ਤੇ ਹਲਦੀਆ ਰੋਗ ਤੇ ਕਰਦੇ ਆ, ਜੋਲ ਗਰੁੱਪ ਦੇ ਜਿਵੇਂ ਪ੍ਰੋਪੀਕੋਨਾਜ਼ੋਲ ਹੋ ਗਿਆ, ਜੋਲ ਗਰੁੱਪ ਦੇ ਫੰਗੀਸਾਈਡ, ਟ੍ਰਾਈਕੋਡਰਮਾ ਵਿਲਡੀ ਵੀ ਹੈ ਤੇ ਤੁਸੀਂ ਕਰ ਸਕਦੇ ਹੋ ਕਰਨਾਲ ਵੰਟ ਤੇ, ਲੇਕਿਨ ਉਹ ਪੂਰਾ ਸક્ષਮ ਨਹੀਂ ਹੈ ਪੂਰੀ ਤਰ੍ਹਾਂ ਕੰਟਰੋਲ ਕਰਨ ਚ। ਉਹ ਟੈਕਨੀਕਲ ਮਤਲਬ ਫੰਗੀਸਾਈਡ ਜੋ ਵੀ ਹਾਲੇ ਤੱਕ ਪੂਰੀ ਤਰ੍ਹਾਂ ਸક્ષਮ ਨਹੀਂ ਹੈ ਇਹ ਤੇ। ਤਾਂ ਕਰਨਾਲ ਵੰਟ ਦਾ ਆਪਾਂ ਅਗਰ ਇਹ ਪੱਤੇ ਆਪਣੇ ਖੇਤ ਦੇ ਵੱਲ ਖਾਏ ਹੋਏ ਹੈ ਤਾਂ ਆਪਾਂ ਇਹਨੂੰ ਨਾਰਮਲ ਲੈ ਕੇ ਨਹੀਂ ਚੱਲਣਾ। ਇਹ ਇੱਕ ਕਣਕ ਦੀ ਬਿਮਾਰੀ ਹੈ ਕਰਨਾਲ ਵੰਟ, ਔਰ ਇਸ ਦਾ ਕਾਫੀ ਹੱਦ ਤੱਕ ਸ਼ਾਇਦ 2013-14 ਚ ਉੱਤਰੀ ਪੱਛਮੀ ਯੂਪੀ ਦੇ ਅੰਦਰ ਨੁਕਸਾਨ ਹੋਇਆ ਸੀ, ਕਾਫੀ 15 ਤੋਂ 20% ਕਣਕ ਦਾ ਨੁਕਸਾਨ ਹੋਇਆ ਸੀ ਸਿਰਫ ਕਰਨਾਲ ਵੰਟ ਦੀ ਵਜ੍ਹਾ ਨਾਲ। ਔਰ ਇਹ ਕਿਸੇ ਵੀ ਹੱਦ ਤੱਕ ਕਿਸੇ ਵੀ ਏਰੀਏ 'ਚ ਕਿੰਨਾ ਵੀ ਨੁਕਸਾਨ ਕਰ ਸਕਦਾ ਹੈ, ਤਾਂ ਇਸ ਦੇ ਪ੍ਰਤੀ ਪ੍ਰਤੇਕ ਕਿਸਾਨ ਵੀਰਾਂ ਨੇ ਸਜਗ ਰਹਿਣਾ ਹੈ ਔਰ ਧਿਆਨ ਰੱਖਣਾ ਹੈ। ਔਰ ਖਾਸ ਤੌਰ ਤੇ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਵੀ ਅਗਰ ਤੁਹਾਡੇ ਖੇਤ 'ਚ ਦਾ 10 ਤੋਂ 15% ਜਾਂ 20% ਅਟੈਕ ਹੈਗਾ ਕਰਨਾਲ ਵੰਟ ਦਾ, ਤਾਂ ਉਹ ਬੀਜ ਤੁਸੀਂ ਅੱਗੇ ਨਾ ਬੀਜੋ। ਔਰ ਦੂਜੀ ਗੱਲ ਇਹ ਕਿ ਜਿਹੜੀਆਂ ਵੈਰਾਈਟੀਆਂ ਜੋ ਕਾਫੀ ਡਿਪਾਰਟਮੈਂਟ ਦੀਆਂ ਰਿਕਮੈਂਡਡ ਵੈਰਾਈਟੀਆਂ ਹੈ ਜੋ ਸ਼ੋਧ ਕੀਤੀਆਂ ਹੋਈਆਂ ਇਹਨਾਂ ਬਿਮਾਰੀਆਂ ਤੇ, ਉਹੀ ਕਣਕ ਦੇ ਬੀਜ ਤੁਸੀਂ ਆਪਣੇ ਖੇਤ 'ਚ
ਅੱਛੀ ਉਪਜ ਲੈਣ ਲਈ ਬੀਜੋ। ਅਗਰ ਕਿਸੇ ਕਿਸਾਨ ਵੀਰ ਦੇ ਖੇਤ 'ਚ ਕਰਨਾਲ ਵੰਟ ਦਾ ਅਟੈਕ ਹੈ ਤਾਂ ਉਹ ਉਸ 'ਚ ਨਾਈਟ੍ਰੋਜਨ ਬੇਸ ਮਤਲਬ ਟੈਕਨੀਕਲ ਨਾਈਟ੍ਰੋਜਨ ਬੇਸ ਜੋ ਵੀ ਖਾਦ ਦੇ ਰਿਹਾ ਉਹ ਤੇ ਕੰਟਰੋਲ ਕਰਕੇ ਦੇਵੇ, ਕਿਉਂਕਿ ਨਾਈਟ੍ਰੋਜਨ ਬੇਸ ਅਗਰ ਕੋਈ ਵੀ ਖਾਦ ਜ਼ਿਆਦਾ ਜਾਊਗੀ ਤਾਂ ਕਰਨਾਲ ਵੰਟ ਜ਼ਿਆਦਾ ਵਧਣ ਦਾ ਡਰ ਹੁੰਦਾ ਹੈ। ਨਾਈਟ੍ਰੋਜਨ ਬੇਸ ਟੈਕਨੀਕਲਾਂ ਨਾਲ ਇਹ ਕੀ ਹੈ ਜ਼ਿਆਦਾ ਵੱਧਦਾ ਹੈ। ਅਗਰ ਆਪਾਂ ਕਰਨਾਲ ਵੰਟ ਦੇ ਨੁਕਸਾਨ ਦੀ ਗੱਲ ਕਰੀਏ, ਨੁਕਸਾਨ ਦਾ ਤੁਸੀਂ ਇੱਥੋਂ ਤਾਂ ਆਈਡੀਆ ਲਾ ਸਕਦੇ ਹੋ। ਅਗਰ ਤੁਸੀਂ ਕਰਨਾਲ ਵੰਟ ਦੀ ਗਹਿਰਾਈ ਤੱਕ ਜਾਓਗੇ ਤਾਂ ਬਹੁਤ ਸਾਰੇ ਦੇਸ਼ ਹੈ ਜਿਹੜੇ ਕਣਕ ਦੇ ਮਤਲਬ ਅੰਤਰਰਾਸ਼ਟਰੀ ਵਪਾਰ 'ਚ ਬਹੁਤ ਜ਼ਿਆਦਾ ਮਤਲਬ ਧਿਆਨ ਰੱਖਦੇ ਹੈ ਕਿ ਕਣਕ ਨੂੰ ਕਰਨਾਲ ਵੰਟ ਰੋਗ ਤੋਂ ਮੁਕਤ ਕੀਤਾ ਜਾਵੇ, ਲੇਕਿਨ ਇਹ ਸੰਭਵ ਨਹੀਂਗਾ, ਇਹ ਸੰਭਵ ਹੋ ਵੀ ਨਹੀਂ ਸਕਦਾ, ਤਾਂ ਕਿ ਆਪਣੇ ਅੰਤਰਰਾਸ਼ਟਰੀ ਕਣਕ ਦੀ ਜੋ गेहूं ਦੀ ਕੁਆਲਿਟੀ ਹੈ ਉਹ ਕਾਫੀ ਅੱਛੀ ਹੋਵੇ, ਕਿਉਂਕਿ ਇਹਦਾ ਵਪਾਰ ਤੇ ਕਾਫੀ ਜ਼ਿਆਦਾ ਜੋ ਕਣਕ ਦਾ ਵਪਾਰ ਹੈ ਕਰਨਾਲ ਵੰਟ ਦਾ ਉਸ ਤੇ ਕਾਫੀ ਇਫੈਕਟ ਪੈਂਦਾ ਹੈ। ਕਰਨਾਲ ਵੰਟ ਦੇ ਅਗਰ ਕਰਨਾਲ ਵੰਟ ਤੋਂ ਆਪਾਂ ਬਚਣਾ ਹੈ ਤਾਂ ਇਹਦੇ ਰੋਕਥਾਮ ਦੇ ਜੋ ਤਰੀਕੇ ਹੈ ਉਹ ਆਪਾਂ ਨੂੰ ਹਰ ਹਾਲਤ ਅਪਣਾਉਣੇ ਪੈਣਗੇ। 4 ਤੋਂ 5 ਸਾਲ ਕੋਈ ਆਪਦੇ ਖੇਤ 'ਚ ਤੁਸੀਂ ਫਸਲ ਚੱਕਰ ਅਪਣਾਓ। ਫਸਲ ਚੱਕਰ ਦੇ ਨਾਲ ਨਾਲ ਅਗਰ ਕਿਸੇ ਖੇਤ 'ਚ ਕੋਈ 2-4 ਪੌਦੇ ਦਿਖਦੇ ਵੀ ਹੈ ਕਰਨਾਲ ਵੰਟ ਦੇ ਤਾਂ ਤੁਸੀਂ ਉਹ ਪੌਦੇ ਨੂੰ ਪੂਰੇ ਨੂੰ ਉਖਾੜ ਕੇ ਉਹ ਬੱਲੀ ਨੂੰ ਤੋੜ ਕੇ ਤੁਸੀਂ ਕਿਸੇ ਸਾਈਡ 'ਤੇ ਦਬਾ ਦਿਓ, ਕਿਉਂਕਿ ਇਹ ਹਵਾ ਨਾਲ ਵੀ ਫੈਲਣ ਵਾਲਾ ਰੋਗ ਘੋਸ਼ਿਤ ਕੀਤਾ ਹੋਇਆ ਹੈ। ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਕਿ ਨਮੀ ਜਿੰਨੀ ਜ਼ਿਆਦਾ ਨਮੀ ਹੋਊਗੀ ਖੇਤ 'ਚ ਓਨਾ ਹੀ ਜ਼ਿਆਦਾ ਇਹ ਫੈਲੂਗਾ, ਤਾਂ ਨਮੀ ਦਾ ਵੀ ਧਿਆਨ ਰੱਖਣਾ ਹੈ ਕਿ ਜ਼ਿਆਦਾ ਨਾਈਟ੍ਰੋਜਨ ਅਗਰ ਕਰਨਾਲ ਵੰਟ ਦਾ ਅਟੈਕ ਹੈਗਾ ਤਾਂ ਜ਼ਿਆਦਾ ਨਾਈਟ੍ਰੋਜਨ ਤੁਸੀਂ ਖੇਤ 'ਚ ਨਹੀਂ ਦੇਣੀ। ਔਰ ਅਗਰ ਫਿਰ ਵੀ ਆਪਾਂ ਮਨ ਦੀ ਤਸੱਲੀ ਲਈ ਕਰਨਾ ਚਾਹੁੰਦੇ ਹਾਂ ਤਾਂ ਪ੍ਰੋਪੀਕੋਨਾਜ਼ੋਲ, ਟ੍ਰਾਈਕੋਡਰਮਾ ਜਾਂ ਕਾਫੀ ਤੁਹਾਡੇ ਨਜ਼ਦੀਕੀ ਏਵੀਕੇ ਵਗੈਰਾ ਤੋਂ ਜਾਣਕਾਰੀ ਲੈ ਕੇ ਤਾਂ ਇਸ ਤੇ ਆਪਾਂ ਫੰਗੀਸਾਈਡ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ।